इसे दरवाजे ਦੇ ਵਿੱਚੋਂ ਜਦੋਂ ਯਸ਼ਪਾਲ ਗਰਗ ਅੰਦਰ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਡਾਕਟਰ ਕੋਲ ਜਾ ਕੇ ਉਹ ਦੱਸਦੇ ਨੇ ਆਪਦਾ ਨਾਂ ਹੈ ਜਿਹੜਾ ਉਹ ਰਾਜਪਾਲ ਕਹਿੰਦੇ ਨੇ ਤੇ ਦੱਸਦੇ ਨੇ ਕਿ ਉਹਨਾਂ ਨੂੰ ਪੇਟ ਦੇ ਵਿੱਚ ਕੋਈ ਤਕਲੀਫ ਆ। ਤਕਰੀਬਨ ਜਿਹੜੀ ਉਹਨਾਂ ਨੇ ਦਵਾਈ ਖਰੀਦੀ ਉਹ 225 ਰੁਪਏ ਦੀ ਸੀ। ਫਿਰ ਉਹ ਦੂਸਰੀ ਦੁਕਾਨ ਤੇ ਪਹੁੰਚਦੇ ਨੇ, ਉੱਥੇ ਵੀ ਜੇ ਕਿਹਾ ਜਾਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਤੁਸੀਂ ਦਵਾਈ ਹੈ ਜਿਹੜੀ ਸਾਲਟ ਨਹੀਂ ਲਿਖਿਆ ਹੋਇਆ, ਦੁਕਾਨ ਨਾਮ ਲਿਖਿਆ ਹੋਇਆ ਦਵਾਈ ਦਾ, ਤਾਂ ਤੁਸੀਂ ਡਾਕਟਰ ਨੂੰ ਦਿਖਾ ਲਓ, ਜੇ ਡਾਕਟਰ ਮੰਨਦਾ ਤਾਂ ਤੁਸੀਂ ਇਹ ਦਵਾਈ ਯੂਜ਼ ਕਰ ਲਿਓ। ਪੀਣ ਵਾਲੀ ਦਵਾਈ ਜਦੋਂ ਲਿਖੀ ਜਾਂਦੀ ਆ ਤਾਂ ਉਹ ਦਵਾਈ ਲਿਖਣ ਤੋਂ ਬਾਅਦ ਬਕਾਇਦਾ ਤੌਰ ਤੇ ਬਾਕੀ ਮਰੀਜ਼ਾਂ ਵਾਂਗੂ ਲੈਣ ਵੀ ਜਾਂਦੇ ਨੇ। ਨਾਲ ਇਹ ਗੱਲ ਹੈ ਕਿ ਆਖਰਕਾਰ ਹੈਲਥ ਸੈਕਟਰੀ ਨੇ ਇਸ ਦੇ ਉੱਤੇ ਸਭ ਤੋਂ ਵੱਡਾ ਸਵਾਲ ਚੁੱਕਿਆ ਕਿ ਜਦੋਂ ਉਹਨਾਂ ਦੇ ਵੱਲੋਂ ਹੈ ਜਿਹੜਾ ਆਰਡਰ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਨੇ ਵੀ ਕੋਈ ਵੀ ਡਾਕਟਰ ਹੈ ਜਿਹੜਾ ਉਹ ਜੈਨਰਿਕ ਮੈਡੀਸਨ ਦੇ ਲਈ ਤੇ ਦਵਾਈ ਦਾ ਜਿਹੜਾ ਸਾਲਟ ਲਿਖੂਗਾ ਤਾਂ ਕਿ ਦਵਾਈਆਂ ਵਾਲੇ ਨੇ ਜਿਹੜੇ ਸਸਤੀ ਦਵਾਈਆਂ ਲੋਕਾਂ ਨੂੰ ਮੁਹੱਈਆ ਕਰਵਾ ਸਕਣ। ਇਸ ਤੋਂ ਬਾਅਦ ਜੇ ਕਿਹਾ ਜਾਵੇ ਤਾਂ ਹੁਣ ਹੈਲਥ ਸੈਕਟਰੀ ਨੇ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਸ਼ੁਰੂ ਕਰਕੇ ਜਿਹੜਾ ਕਿ ਅੱਗੇ ਦੀ ਰਿਪੋਰਟ ਮੰਗੀ ਆ। ਸਤਿ ਸ਼੍ਰੀ ਅਕਾਲ ਜੀ। ਚੰਡੀਗੜ੍ਹ ਦੇ ਸੈਕਟਰ 16 ਹਸਪੀਟਲ ਖੜੇ ਆ ਤੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਅਕਸਰ ਲੋਕ ਸਵਾਲ ਖੜੇ ਕਰਦੇ ਰਹਿੰਦੇ ਨੇ ਤੇ ਉਹਨਾਂ ਹੀ ਸਵਾਲਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਆਮ ਤੌਰ ਤੇ ਕਈ ਵਾਰ ਮਰੀਜ਼ ਵੀ ਗੁਹਾਰ ਲਾਉਂਦੇ ਨਜ਼ਰ ਆਉਂਦੇ ਨੇ, ਪਰ ਹੁੰਦਾ ਇਹ ਆ ਕਿ ਕਿਹਾ ਵੀ ਅਕਸਰ ਇਹ ਚੀਜ਼ ਜਾਂਦੀ ਹੈ ਕਿ ਆਖਰ ਅਫਸਰ ਇਹ ਚੀਜ਼ਾਂ ਕਰਨੀ ਧਿਆਨ ਨਹੀਂ ਦਿੰਦੇ। ਪਰ ਚੰਡੀਗੜ੍ਹ ਦੇ ਜੇ ਹੈਲਥ ਸੈਕਟਰੀ ਦੀ ਗੱਲ ਕਰੀਏ ਯਸ਼ਪਾਲ ਗਰਗ, ਉਹਨਾਂ ਨੇ ਖੁਦ ਆ ਕੇ ਇਸ ਚੀਜ਼ ਦਾ ਦੇਖਿਆ, ਨਾ ਕਿ ਬੈਠੇ ਹੋਏ ਕਮਰਿਆਂ ਦੇ ਵਿੱਚ ਰਿਪੋਰਟ ਵੀ ਲੈ ਸਕਦੇ ਸੀ, ਪਰ ਬਕਾਇਦਾ ਤੌਰ ਤੇ ਉਹ ਹਸਪਤਾਲ ਪਹੁੰਚਦੇ ਨੇ ਆਪਦੇ ਇਲਾਜ ਦੇ ਲਈ। ਤਕਰੀਬਨ ਉਹੀ ਸਮੱਸਿਆਵਾਂ ਪਰੇਸ਼ਾਨੀਆਂ ਜਾਂ ਫਿਰ ਕਹੀਏ ਕਿ ਉਹ ਪ੍ਰੋਸੀਜਰ ਵਿੱਚ ਦੀ ਨਿਕਲਦੇ ਨੇ ਜਿੱਥੋਂ ਇੱਕ ਆਮ ਬੰਦਾ ਨਿਕਲਦਾ। ਅੱਜ ਤੁਹਾਨੂੰ ਦੱਸਾਂਗੇ ਕਿ ਆਖਰ ਕੀ ਕੁਝ ਹੋਇਆ, ਕਿਉਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕਈ ਡਾਕਟਰਾਂ ਦੇ ਉੱਤੇ ਵੀ ਕਾਰਵਾਈ ਹੁੰਦੀ ਦਿਖਾਈ ਦੇਵੇ। ਉਹ ਇਸ ਕਰਕੇ ਕਿਉਂਕਿ ਸੈਕਟਰ 16 ਦਾ ਤੁਹਾਨੂੰ ਮੈਂ ਰਸਤਾ ਦਿਖਾ ਦਿੰਦਾ। ਇਸੇ ਤਰ੍ਹਾਂ ਦੇ ਨਾਲ ਠੀਕ ਕਹਿ ਸਕਦੇ ਹਾਂ ਕਿ ਸ਼ਨੀਵਾਰ ਦੀ ਰਾਤ ਨੂੰ ਯਸ਼ਪਾਲ ਗਰਗ ਜਿਹੜੇ ਹੈਲਥ ਸੈਕਟਰੀ ਚੰਡੀਗੜ੍ਹ ਦੇ ਨੇ ਉਹ ਆਉਂਦੇ ਨੇ, ਆਪਦੀ ਗੱਡੀ ਦੇ ਵਿੱਚੋਂ ਉਤਰਦੇ ਨੇ ਤੇ ਸਿੰਪਲ ਇੱਕ ਜੇ ਕਹੀਏ ਕਿ ਕੁੜਤਾ ਪਜਾਮਾ ਉਹਨਾਂ ਨੇ ਪਾਇਆ ਹੁੰਦਾ, ਗਲੇ 'ਚ ਮਫਰਲ ਲਟਕਾਇਆ ਹੁੰਦਾ ਤੇ ਆਮ ਲੋਕ ਜਿਸ ਤਰ੍ਹਾਂ ਦੇ ਨਾਲ ਜਾਂਦੇ ਨੇ ਇਲਾਜ ਕਰਵਾਉਣ ਦੇ ਲਈ, ਤਾਂ ਠੀਕ ਉਸੇ ਤਰ੍ਹਾਂ ਦੇ ਇੱਕ ਮਰੀਜ਼ ਦੇ ਤਰ੍ਹਾਂ ਦੇ ਨਾਲ ਉਹ ਇਸੇ ਸਾਈਡ ਤੋਂ ਐਮਰਜੈਂਸੀ ਵੱਲ ਨੂੰ ਜਾਂਦੇ ਨੇ ਤੇ ਅੰਦਰਲੇ ਪਾਸੇ ਪਹੁੰਚ ਜਾਂਦੇ ਨੇ ਜਿੱਥੇ ਇਲਾਜ ਕਰਵਾਉਣ ਵਾਸਤੇ ਕਹਿ ਸਕਦੇ ਹਾਂ ਕਿ ਲੋਕ ਆਮ ਤੌਰ ਤੇ ਜਾਂਦੇ ਨੇ। ਹਾਲਾਂਕਿ ਉਹਨਾਂ ਨੇ ਦੇਖਿਆ ਕਿ ਜਦੋਂ ਉਹ ਇਲਾਜ ਕਰਾਉਣ ਵਾਸਤੇ ਅੰਦਰ ਜਾਂਦੇ ਨੇ ਤਾਂ ਉਹ ਠੀਕ ਉਸੇ ਤਰ੍ਹਾਂ ਦੇ ਨਾਲ ਜਿਹੜਾ ਮਾਨਕ ਹੋਣੇ ਚਾਹੀਦੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਉਹ ਠੀਕ ਲੱਗਿਆ ਉਹਨਾਂ ਨੂੰ ਪ੍ਰੋਸੀਜਰ ਕਿ ਆਖਰਕਾਰ ਡਾਕਟਰ ਚੈੱਕਅਪ ਕਿਸ ਤਰ੍ਹਾਂ ਦੇ ਨਾਲ ਕਰਦੇ ਨੇ। ਤੇ ਠੀਕ ਇਸੇ ਦਰਵਾਜ਼ੇ ਦੇ ਅਸੀਂ ਤਾਂ ਨਹੀਂ ਖੈਰ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਕਿਉਂਕਿ ਆਮ ਤੌਰ ਤੇ ਜੇ ਕਿਹਾ ਜਾਵੇ ਸਿੱਧੇ ਤੌਰ ਤੇ ਕੋਈ ਇਸੇ ਚੀਜ਼ ਦੇ ਵਿੱਚ ਪਰੇਸ਼ਾਨੀ ਨਾ ਆਵੇ ਤਾਂ ਅਲਾਉ ਨਹੀਂ ਕੀਤਾ ਜਾਂਦਾ, ਪਰ ਤੁਹਾਨੂੰ ਸਮਝਾ ਜ਼ਰੂਰ ਦਿੰਨੇ ਆ ਕਿ ਇਸੇ ਦਰਵਾਜ਼ੇ ਦੇ ਵਿੱਚੋਂ ਜਦੋਂ ਯਸ਼ਪਾਲ ਗਰਗ ਅੰਦਰ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਡਾਕਟਰ ਕੋਲ ਜਾ ਕੇ ਉਹ ਦੱਸਦੇ ਨੇ ਆਪਦਾ ਨਾਂ ਹੈ ਜਿਹੜਾ ਉਹ ਰਾਜਪਾਲ ਕਹਿੰਦੇ ਨੇ ਤੇ ਦੱਸਦੇ ਨੇ ਕਿ ਉਹਨਾਂ ਨੂੰ ਪੇਟ ਦੇ ਵਿੱਚ ਕੋਈ ਤਕਲੀਫ ਆ। ਜਿਸ ਤੋਂ ਬਾਅਦ ਡਾਕਟਰ ਉਹਨਾਂ ਨੂੰ ਇੱਕ ਟੀਕਾ ਦੱਸਦੇ ਨੇ ਕਿ ਤੁਸੀਂ ਨਾਲ ਵਾਲੇ ਕਮਰੇ 'ਚ ਵਾ ਲਓ ਤੇ ਇੱਕ ਪੀਣ ਵਾਲੀ ਦਵਾਈ ਲਿਖ ਦਿੰਦੇ ਨੇ। ਪੀਣ ਵਾਲੀ ਦਵਾਈ ਜਦੋਂ ਲਿਖੀ ਜਾਂਦੀ ਆ ਤਾਂ ਉਹ ਦਵਾਈ ਲਿਖਣ ਤੋਂ ਬਾਅਦ ਬਕਾਇਦਾ ਤੌਰ ਤੇ ਬਾਕੀ ਮਰੀਜ਼ਾਂ ਵਾਂਗੂ ਲੈਣ ਵੀ ਜਾਂਦੇ ਨੇ। ਫਿਰ ਇਸੇ ਦਰਵਾਜ਼ੇ 'ਚੋਂ ਨਿਕਲ ਕੇ ਜੇ ਕਹੀਏ ਸਾਹਮਣੇ ਵਾਲੇ ਪਾਸੇ ਜਿੱਧਰ ਕਿ ਹੁਣ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਇਸ ਵਾਲੇ ਪਾਸੇ ਨੂੰ ਦਵਾਈ ਲੈਣ ਵਾਸਤੇ ਪਹੁੰਚਦੇ ਨੇ ਤਾਂ ਕਈ ਦੁਕਾਨਾਂ ਦੇ ਉੱਤੇ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਦੁਕਾਨਾਂ ਦੇ ਜਦੋਂ ਉਹ ਦਵਾਈ ਖਰੀਦਦੇ ਨੇ, ਤਕਰੀਬਨ ਜਿਹੜੀ ਉਹਨਾਂ ਨੇ ਦਵਾਈ ਖਰੀਦੀ ਉਹ 225 ਰੁਪਏ ਦੀ ਸੀ। ਉਹ ਪਹੁੰਚਦੇ ਨੇ ਦੁਕਾਨ ਨੰਬਰ 6 ਤੇ ਜਿੱਥੇ ਉਹਨਾਂ ਨੂੰ ਡਾਕਟਰ ਦੁਆਰਾ ਜਿਹੜੀ ਲਿਖੀ ਹੋਈ ਦਵਾਈ ਸੀ ਉਹ 225 ਰੁਪਏ ਦੀ ਮਿਲਦੀ ਆ, ਪਰ ਬਿੱਲ ਨਹੀਂ ਦਿੱਤਾ ਜਾਂਦਾ। ਫਿਰ ਉਹ ਦੂਸਰੀ ਦੁਕਾਨ ਤੇ ਪਹੁੰਚਦੇ ਨੇ, ਉੱਥੇ ਵੀ ਜੇ ਕਿਹਾ ਜਾਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਤੁਸੀਂ ਦਵਾਈ ਹੈ ਜਿਹੜੀ ਸਾਲਟ ਨਹੀਂ ਲਿਖਿਆ ਹੋਇਆ, ਦੁਕਾਨ ਨਾਮ ਲਿਖਿਆ ਹੋਇਆ ਦਵਾਈ ਦਾ, ਤਾਂ ਤੁਸੀਂ ਡਾਕਟਰ ਨੂੰ ਦਿਖਾ ਲਓ, ਜੇ ਡਾਕਟਰ ਮੰਨਦਾ ਤਾਂ ਤੁਸੀਂ ਇਹ ਦਵਾਈ ਯੂਜ਼ ਕਰ ਲਿਓ। ਬਿੱਲ ਉੱਥੇ ਵੀ ਉਹਨਾਂ ਦੇ ਮੰਗਣ ਤੋਂ ਫਿਰ ਮਿਲਦਾ। ਫਿਰ ਇਸੇ ਚੀਜ਼ ਤੋਂ ਬਾਅਦ ਜੇ ਕਿਹਾ ਜਾਵੇ ਜਦੋਂ ਇਸ ਚੀਜ਼ ਦੇ ਨਾਲ ਉਹ ਪਹੁੰਚਦੇ ਨੇ ਤਾਂ ਹੈਲਥ ਸੈਕਟਰੀ ਇਹ ਚੀਜ਼ ਦੇਖਦੇ ਨੇ ਕਿ ਇੱਕ ਤਾਂ ਦਵਾਈ ਦਾ ਨਾਮ ਲਿਖਿਆ ਹੋਇਆ, ਸਾਲਟ ਨਹੀਂ ਇਕੱਲਾ ਲਿਖਿਆ ਹੋਇਆ, ਡਾਕਟਰ ਦੁਬਾਰੇ ਉਹਨਾਂ ਨੂੰ ਪਰਚੀ ਦੇ ਉੱਤੇ ਸਾਲਟ ਲਿਖ ਕੇ ਦਿੰਦਾ। ਫਿਰ ਉਹ ਕੰਟੀਨ ਦੇ ਵਿੱਚ ਪਹੁੰਚਦੇ ਨੇ, ਸਾਹਮਣੇ ਕੰਟੀਨ ਦਾ ਦਰਵਾਜ਼ਾ ਵੀ ਨਾਲ ਹੀ ਦਿਖ ਜੂ ਕਿਉਂਕਿ ਦਵਾਈਆਂ ਦੀ ਦੁਕਾਨਾਂ ਤੇ ਕੰਟੀਨ ਇਕੱਠੀ ਆ, ਕੋਲੇ ਆ। ਕੰਟੀਨ ਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਕਿ ਆਖਰਕਾਰ ਸਫਾਈ ਉਸ ਤਰ੍ਹਾਂ ਦੀ ਨਹੀਂ ਹੈਗੀ। ਹੈਲਥ ਸੈਕਟਰੀ ਦੇ ਇਸ ਦੌਰੇ ਤੋਂ ਬਾਅਦ ਜੇ ਕਹੀਏ ਚੀਜ਼ਾਂ ਕੁਝ ਬਦਲਦੀਆਂ ਹੋਈਆਂ ਦਿਖਾਈ ਜ਼ਰੂਰ ਦਿੰਦੀਆਂ ਨੇਗੀਆਂ। ਨਾਲ ਇਹ ਗੱਲ ਹੈ ਕਿ ਆਖਰਕਾਰ ਹੈਲਥ ਸੈਕਟਰੀ ਨੇ ਇਸ ਦੇ ਉੱਤੇ ਸਭ ਤੋਂ ਵੱਡਾ ਸਵਾਲ ਚੁੱਕਿਆ ਕਿ ਜਦੋਂ ਉਹਨਾਂ ਦੇ ਵੱਲੋਂ ਹੈ ਜਿਹੜਾ ਆਰਡਰ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਨੇ ਵੀ ਕੋਈ ਵੀ ਡਾਕਟਰ ਹੈ ਜਿਹੜਾ ਉਹ ਜੈਨਰਿਕ ਮੈਡੀਸਨ ਦੇ ਲਈ ਤੇ ਦਵਾਈ ਦਾ ਜਿਹੜਾ ਸਾਲਟ ਲਿਖੂਗਾ ਤਾਂ ਕਿ ਦਵਾਈਆਂ ਵਾਲੇ ਨੇ ਜਿਹੜੇ ਸਸਤੀ ਦਵਾਈਆਂ ਲੋਕਾਂ ਨੂੰ ਮੁਹੱਈਆ ਕਰਵਾ ਸਕਣ। ਇਸ ਤੋਂ ਬਾਅਦ ਜੇ ਕਿਹਾ ਜਾਵੇ ਤਾਂ ਹੁਣ ਹੈਲਥ ਸੈਕਟਰੀ ਨੇ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਸ਼ੁਰੂ ਕਰਕੇ ਜਿਹੜਾ ਕਿ ਅੱਗੇ ਦੀ ਰਿਪੋਰਟ ਮੰਗੀ ਆ। ਇਸ ਪੂਰੇ ਦੌਰੇ ਦੇ ਵਿੱਚ ਇੱਕ ਗੱਲ ਕਹਿ ਸਕਦੇ ਹਾਂ ਵੀ ਆਮ ਤੌਰ ਤੇ ਅਸੀਂ ਪਹਿਲਾਂ ਡਾਕਟਰਾਂ ਦੇ ਉੱਤੇ ਜਾਂ ਨੂੰ ਲੈ ਕੇ ਜਾਂ ਜੇ ਕਹੀਏ ਕਿ ਹਸਪੀਟਲ ਸਟਾਫ ਨੂੰ ਲੈ ਕੇ ਆਮ ਤੌਰ ਤੇ ਜਿਹੜੇ ਅਫਸਰ ਨੇਗੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਇਸ ਚੀਜ਼ ਦਾ ਉੱਠਦਾ ਨਜ਼ਰ ਆਉਂਦਾ ਵੀ ਉਹ ਸ਼ਾਇਦ ਆਪਦੀ ਜਿਹੜੀ ਰਿਪੋਰਟਸ ਨੇਗੀਆਂ ਉਹ ਕਮਰਿਆਂ ਦੇ ਵਿੱਚ ਬਹਿ ਕੇ ਲੈ ਲੈਂਦੇ ਨੇ, ਪਰ ਖੁਦ ਜਦੋਂ ਹੈਲਥ ਸੈਕਟਰੀ ਪਹੁੰਚਦੇ ਨੇ ਆਖਰ ਕੀ ਚੀਜ਼ਾਂ ਦੇਖੀਆਂ ਉਹ ਸਾਰਾ ਬਿਊਰਾ ਹੈ ਜਿਹੜਾ ਡਿਟੇਲ ਦੇ ਵਿੱਚ ਸ਼ੇਅਰ ਵੀ ਕਰਦੇ ਨੇ। ਉਸ ਤੋਂ ਬਾਅਦ ਹੁਣ ਜਾਂਚ ਅੱਗੇ ਚੱਲੂ ਤਾਂ ਉਸ ਤੋਂ ਬਾਅਦ ਕੀ ਹੈ ਕਿ ਆਖਰਕਾਰ
ਡਾਕਟਰਸ ਸਾਲਟ ਲਿਖਦੇ ਨੇ ਜਾਂ ਦਵਾਈਆਂ ਦੇ ਨਾਮ ਲਿਖਦੇ ਨੇ, ਇਹ ਚੀਜ਼ ਨੂੰ ਲੈ ਕੇ ਜਦੋਂ ਪੂਰੀ ਜਾਂਚ ਰਿਪੋਰਟ ਬਣ ਜਾਣੀ ਹੈ ਤਾਂ ਹੋ ਸਕਦਾ ਕਾਰਵਾਈਆਂ ਵੀ ਉਸੇ ਤਰ੍ਹਾਂ ਦੇ ਨਾਲ ਸਖਤਾਈ ਦੇ ਨਾਲ ਹੁੰਦੀਆਂ ਹੋਈਆਂ ਦੇਖਣ। ਇਹ ਸੀ ਬਿਊਰਾ ਉਹ ਸ਼ਨੀਵਾਰ ਦੀ ਰਾਤ ਦਾ ਜਦੋਂ ਹੈਲਥ ਸੈਕਟਰੀ ਇਸੇ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਪਹੁੰਚਦੇ ਨੇ। ਸੀਨੀਅਰ ਵੀਡੀਓ ਜਰਨਲਿਸਟ ਵਿੰਤੇ ਇਦਰਾਸ ਮਿਸਿੰਗ ਰੋਜ਼ਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ।